सबना ਨੂੰ सलाम। एक बार फिर तो मैं ਤੁਹਾਡਾ इस प्रोग्राम इट इज़ रिटन ਵਿੱਚ सबना ਦਾ ਸਵਾਗਤ ਕਰਦਾ, ਜਿਸ ਵਿੱਚ ਪਾਸਟਰ ਬ੍ਰੈਡ ਸ਼ੋ ਦੇ ਦੁਆਰਾ ਲਿਖੇ ਗਏ ਸੰਦੇਸ਼ਾਂ ਵਿੱਚੋਂ ਅੱਜ ਅਸੀਂ ਫਿਰ ਇੱਕ ਅਗਲੇ ਸੰਦੇਸ਼ ਦੇ ਵੱਲ ਜਾਵਾਂਗੇ। ਅਗਲੇ ਸੰਦੇਸ਼ ਦੇ ਵਿੱਚ ਜਾਵਾਂਗੇ ਜਿਹਦਾ ਟਾਈਟਲ ਹੈ ਰੈਵਲੇਸ਼ਨਸ ਲੇਕ ਆਫ ਫਾਇਰ, ਕਿ ਇੱਕ ਉਹ ਅੱਗ ਦੀ ਝੀਲ ਜਿਹਦੇ ਬਾਰੇ ਅਸੀਂ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਪੜ੍ਹਦੇ ਹਾਂ, ਉਹਦੇ ਬਾਰੇ ਅਸੀਂ ਜੋ ਹੈ ਸਿੱਖਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਵਚਨ ਦੇ ਵਿੱਚ ਜਾਈਏ, ਸਭ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰਾਰਥਨਾ ਦੇ ਵਿੱਚ ਆਵਾਂਗੇ। स्वर्गीय पिता, एक बार फिर तो ਤੁਹਾਡੇ ਕੋਲ ਆਉਂਦੇ ਹਾਂ, ਧੰਨਵਾਦ ਕਰਦੇ ਹਾਂ ਜੋ आपने ਸਾਨੂੰ ਸੰਭਾਲ ਕੇ ਰੱਖਿਆ ਔਰ ਮੌਕਾ ਦਿੱਤਾ ਹੈ ਕਿ ਇੱਕ ਵਾਰ ਫਿਰ ਤੋਂ ਤੁਹਾਨੂੰ ਯਾਦ ਕਰ ਸਕੀਏ। ਜੋ ਵੀ ਅੱਜ ਤੁਹਾਡੇ ਕਲਾਮ ਦੇ ਵਿੱਚੋਂ ਖੁਦਾਵੰ ਸਿੱਖੀਏ, ਸਿਖਾਇਆ ਜਾਵੇ, सब कुछ ਤੁਹਾਡੇ ਵੱਲੋਂ ਹੋਵੇ ਔਰ ਤੁਹਾਡਾ ਰੂਹੁਲ ਕਦੂਸ ਖੁਦਾਵੰ ਪਵਿੱਤਰ ਆਤਮਾ ਜੋ ਹੈ ਸਾਡੀ ਮਦਦ ਕਰੇ, ਸਹਾਇਤਾ ਕਰੇ ਤਾਂ ਕਿ ਅਸੀਂ ਸਿੱਖ ਸਕੀਏ ਔਰ ਖੁਦਾਵੰ ਉਸ ਵਚਨ ਦੇ ਅਨੁਸਾਰ ਜੋ ਹੈ ਚੱਲ ਸਕੀਏ। ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਇੱਕ ਵਾਰ ਇੱਕ ਆਦਮੀ ਔਰ ਇੱਕ ਔਰਤ ਜਿਹਦਾ ਨਾਮ ਸੀ ਮੈਰੀ ਐਲਨ, ਉਹਨਾਂ ਦੋਨਾਂ ਦੇ ਵਿੱਚ ਗੱਲਬਾਤ ਚੱਲਦੀ ਪਈ ਸੀ ਔਰ ਉਹਨਾਂ ਦੀ ਗੱਲਬਾਤ ਚੱਲਦਿਆਂ ਉਹ ਖੁਦਾ ਦੇ ਬਾਰੇ ਗੱਲਬਾਤ ਕਰਨ ਲੱਗ ਪਏ। ਦੱਸਿਆ ਜਾਂਦਾ ਹੈ ਕਿ ਮੈਰੀ ਐਲਨ ਜੋ ਹੈ ਉਹ ਗੱਲਬਾਤ ਦੇ ਵਿੱਚ ਖੁਦਾ ਦੇ ਬਾਰੇ ਜਦੋਂ ਗੱਲ ਕਰਦੀ ਆ ਤਾਂ ਇੱਕ ਦੂਸਰੇ ਨੂੰ ਚਰਚ ਦੇ ਬਾਰੇ ਪੁੱਛਣ ਲੱਗ ਪਏ, ਚਰਚ ਜਾਣ ਬਾਰੇ। ਉਹ ਗੱਲ ਦੱਸਦੇ ਨੇ ਕਿ ਮੈਂ ਪਹਿਲਾਂ ਚਰਚ ਜਾਂਦਾ ਸੀ, ਹੁਣ ਨਹੀਂ ਜਾਂਦਾ। ਔਰ ਮੈਰੀ ਐਲਨ ਵੀ ਜੋ ਹੈ ਆਪਣੇ ਬਾਰੇ ਦੱਸਦੀ ਹੈ ਕਿ ਮੈਂ ਚਰਚ ਪਹਿਲਾਂ ਇੱਕ ਸਮਾਂ ਸੀ ਜਦੋਂ ਮੈਂ ਚਰਚ ਜਾਂਦੀ ਸਾਂ, ਲੇਕਿਨ ਹੁਣ ਮੈਂ ਬਿਲਕੁਲ ਚਰਚ ਨਹੀਂ ਜਾਂਦੀ। ਤਾਂ ਗੱਲਾਂ ਦੇ ਵਿੱਚ ਉਹਨਾਂ ਨੂੰ ਇੱਕ ਦੂਸਰੇ ਨੂੰ ਪੁੱਛਿਆ ਕਿ ਹੁਣ ਕੀ ਰੀਜ਼ਨ ਹੈ, ਕਿਉਂ ਮੈਰੀ ਐਲਨ ਨੂੰ ਪੁੱਛਿਆ ਗਿਆ ਕਿ ਤੂੰ ਕਿਉਂ ਨਹੀਂ ਚਰਚ ਜਾਂਦੀ। ਤਾਂ ਉਹ ਦੱਸਦੀ ਹੈ ਕਿ ਚਰਚ ਦੇ ਵਿੱਚ ਅਕਸਰ ਜਿਹੜਾ ਆ ਉਹ ਸਿਖਾਇਆ ਜਾਂਦਾ ਆ ਨਰਕ ਦੇ ਬਾਰੇ, ਕਿ ਨਰਕ ਕਿਸ ਤਰ੍ਹਾਂ ਦਾ ਹੋਵੇਗਾ ਔਰ ਕਿਸ ਤਰ੍ਹਾਂ ਉੱਥੇ ਅੱਗ ਬਲਦੀ ਰਹੇਗੀ ਔਰ ਕਿਸ ਤਰੀਕੇ ਦੇ ਨਾਲ ਲੋਕ ਜੋ ਨੇ ਉੱਥੇ ਹਮੇਸ਼ਾ ਸੜਦੇ ਰਹਿਣਗੇ, ਬਲਦੇ ਰਹਿਣਗੇ ਔਰ ਉਹ ਕਦੀ ਵੀ ਜੋ ਹੈ ਮਰਨਗੇ ਨਹੀਂ ਔਰ ਉੱਥੇ ਉਹ ਸੜਦੇ ਬਲਦੇ ਰਹਿਣਗੇ। ਔਰ ਇਹਨਾਂ ਚੀਜ਼ਾਂ ਨੂੰ ਮੈਂ ਦੇਖ ਕੇ ਜੋ ਹੈ ਮੇਰੇ ਮਨ ਦੇ ਅੰਦਰ ਇੱਕ ਖੌਫ ਆਇਆ ਔਰ ਸੁਣ ਕੇ ਨਰਕ ਦੇ ਬਾਰੇ ਮੈਨੂੰ ਜੋ ਹੈ ਅੱਛਾ ਨਹੀਂ ਲੱਗਾ ਔਰ ਇਸ ਕਰਕੇ ਮੈਂ ਚਰਚ ਦੇ ਵਿੱਚੋਂ ਬਾਹਰ ਨਿਕਲ ਗਈ ਹਾਂ। ਔਰ ਉਹ ਚਰਚ ਤੋਂ ਬਾਹਰ ਨਿਕਲ ਕੇ ਦੱਸਦੀ ਹੈ ਕਿ ਉਹ ਜੋ ਹੈ ਇੱਕ ਐਸੇ ਗਰੁੱਪ ਦੇ ਨਾਲ ਕਹਿ ਸਕਦੇ ਹਾਂ ਕਿ ਮਿਲ ਗਈ ਹੈ ਕਿ ਜੋ ਜਿਸ ਤਰ੍ਹਾਂ ਜਾਦੂ ਟੂਣੇ ਕਰਨ ਵਾਲਾ ਗਰੁੱਪ ਜਿਹੜਾ ਆ, ਵਿਚਕਰਾਫਟ ਜਿਹੜਾ ਆ, ਉਹਨਾਂ ਦੇ ਨਾਲ ਵਿੱਚ ਉਹ ਜਾ ਕੇ ਮਿਲ ਗਈ ਹੈ। ਆਪਣੇ ਬਾਰੇ ਉਹ ਦੱਸਦੀ ਹੈ। ਲੇਕਿਨ ਕੀ ਜਦੋਂ ਪਰਮੇਸ਼ਰ ਦੇ ਕਲਾਮ ਨੂੰ ਅਸੀਂ ਪੜ੍ਹਦੇ ਹਾਂ, ਖੁਦਾਵੰਦ ਦੇ ਕਲਾਮ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਤਾਂ ਕੀ ਪਰਮੇਸ਼ਰ ਦਾ ਵਚਨ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਦਾ ਹੈ। ਜਦੋਂ ਇਹਨਾਂ ਚੀਜ਼ਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਡਾਊਟ ਆਉਂਦਾ ਹੈ ਕਿ ਪਰਮੇਸ਼ਰ ਜੋ ਹੈ ਉਹ ਨਰਕ ਦੇ ਬਾਰੇ ਜੋ ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ ਉਹ ਇੰਨਾ ਖਤਰਨਾਕ ਤਰੀਕੇ ਦੇ ਨਾਲ ਜੋ ਪੇਸ਼ ਕੀਤਾ ਹੈ ਔਰ ਲੋਕ ਜਿਹੜੇ ਆ ਉਹਨੂੰ ਹੋਰ ਐਸੇ ਤਰੀਕੇ ਦੇ ਨਾਲ ਪੇਸ਼ ਕਰਦੇ ਆ ਕਿ ਲੋਕ ਜਿਹੜੇ ਆ ਉਹ ਵਾਕਈ ਡਰਨ ਲੱਗ ਪੈਂਦੇ ਨੇ। ਲੇਕਿਨ ਖੁਦਾ ਦਾ ਕਲਾਮ ਸਾਨੂੰ ਦੱਸਦਾ, ਜਦੋਂ ਅਸੀਂ ਪਹਿਲਾ ਯਹੂਨਾ 4 ਬਾਬ ਉਹਦੀ 8 ਆਇਤ ਵਿੱਚ ਪੜ੍ਹਦੇ ਉਹਦੇ ਵਿੱਚ ਲਿਖਿਆ, ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂ ਜੋ ਪਰਮੇਸ਼ਰ ਪ੍ਰੇਮ ਹੈ। ਇੱਥੇ ਪਤਾ ਚੱਲਦਾ ਹੈ ਕਿ ਪਰਮੇਸ਼ਰ ਜਿਹੜਾ ਆ ਉਹ ਪ੍ਰੇਮ ਹੈ, ਉਹ ਪਿਆਰ ਹੈ। ਖੁਦਾਵੰਦ ਜਿਹੜਾ ਆ ਉਹ ਇੱਕ ਪਿਆਰ ਹੈ ਔਰ ਉਹਦੇ ਚਰਿੱਤਰ ਦੇ ਵਿੱਚ ਜੋ ਹੈ, ਉਹਦੇ ਕਰੈਕਟਰ ਦੇ ਵਿੱਚ ਜੋ ਹੈ ਅਸੀਂ ਇਸ ਪਿਆਰ ਨੂੰ ਪਾਉਂਦੇ ਹਾਂ ਵੀ। ਔਰ ਇੱਕ ਪਿਆਰ ਦੇ ਨਾਲ ਭਰਿਆ ਹੋਇਆ ਪਰਮੇਸ਼ਰ ਜਿਹੜਾ ਆ, ਕੀ ਉਹ ਕਦੀ ਕਿਸੇ ਨੂੰ ਉਹ ਨਰਕ ਵਿੱਚ ਭੇਜ ਸਕਦਾ ਹੈ? ਉਹ ਕਦੀ ਨਹੀਂ, ਪਰਮੇਸ਼ਰ ਨਹੀਂ, ਬਲਕਿ ਇਨਸਾਨ ਜਿਹੜਾ ਆ ਖੁਦਾ ਦੇ ਕਲਾਮ ਦੇ ਅਨੁਸਾਰ ਉਹ ਆਪ ਗੁਨਾਹ ਕਰਦਾ ਆ, ਉਹ ਆਪ ਪਾਪ ਦੁਬਾਰਾ ਕਰਦਾ, ਆਪ ਦੇ ਵਿੱਚ ਜਾਂਦਾ ਆ, ਜਿਹਦਾ ਫਲ ਜਿਹੜਾ ਆ ਉਹਨੂੰ ਇੱਕ ਦਿਨ ਜ਼ਰੂਰ ਭੁਗਤਣਾ ਪਏਗਾ। ਹੁਣੇ ਅਸੀਂ ਦੇਖਿਆ ਹੈ ਪਹਿਲਾ ਯਹੂਨਾ 4 ਬਾਬ ਉਹਦੀ 8 ਹੈ, ਬੁੱਕ ਆਫ 1 ਜੌਨ ਚੈਪਟਰ 4 ਵਰਸ 8 ਦੇ ਵਿੱਚ, ਕਿ ਉਹ ਪ੍ਰੇਮ ਹੈ, ਉਹਦੇ ਚਰਿੱਤਰ ਦੇ ਵਿੱਚ ਪ੍ਰੇਮ ਹੈ। ਬਲਕਿ ਇਨਸਾਨ ਜਿਹੜਾ ਉਹ ਖੁਦ ਪਾਪ ਕਰਦਾ ਆ ਔਰ ਉਹ ਆਪਣੇ ਪਾਪਾਂ ਦੇ ਕਾਰਨ, ਉਹ ਆਪਣੀਆਂ ਬਦੀਆਂ ਦੇ ਕਾਰਨ ਔਰ ਜੋ ਉਹਨੇ ਪੂਰੀ ਉਮਰ ਦੇ ਵਿੱਚ ਗੁਨਾਹ ਕੀਤੇ ਨੇ, ਜਦਕਿ ਪਰਮੇਸ਼ਰ ਉਹਨੂੰ ਬਾਰ-ਬਾਰ ਸਮਾਂ ਦੇ ਰਿਹਾ ਹੈ ਔਰ ਉਹਨੂੰ ਕਹਿ ਰਿਹਾ ਹੈ ਕਿ ਹੇ ਮੇਰੇ ਬੇਟੇ, ਹੇ ਮੇਰੀ ਬੇਟੀ, ਤੂੰ ਅਜੇ ਵੀ ਵਾਪਸ ਆ ਜਾ। ਇਹ ਕਹਿਣ ਦੇ ਬਾਵਜੂਦ ਵੀ ਜਦੋਂ ਪਾਪ ਦੇ ਵਿੱਚੋਂ ਨਹੀਂ ਨਿਕਲੇਗਾ, ਜਦੋਂ ਪਾਪ ਦੇ ਵਿੱਚ ਹੀ ਔਰ ਪਾਪ ਹੀ ਕਰਦਾ ਰਹੇਗਾ, ਤਾਂ ਉਹਦੇ ਵਿੱਚ ਪਰਮੇਸ਼ਰ ਨਹੀਂ ਬਲਕਿ ਉਹ ਆਪ ਆਪਣੇ ਆਪ ਨੂੰ ਉਸ ਨਰਕ ਵੱਲ ਲੈ ਕੇ ਜਾਂਦਾ ਹੈ। ਉਹ ਅੱਗ ਦੀ ਝੀਲ ਜਿਹਦੀ ਗੱਲ ਅਸੀਂ ਅੱਜ ਕਰਨ ਜਾ ਰਹੇ ਹਾਂ ਉਹਦੇ ਵੱਲ ਲੈ ਕੇ ਜਾਂਦਾ ਹੈ ਵੀ। ਪਰਮੇਸ਼ਰ ਜੋ ਹੈ ਉਹ ਪਿਆਰ ਹੈ, ਖੁਦਾਵੰਦ ਜੋ ਹੈ ਉਹ ਪਿਆਰ ਹੈ। ਆइए जिन्हां दे कोल बाइबल है वो मेरे नाल खोलन मत्ती दी अंजील बुक ऑफ मैथ्यू चैप्टर 10
ਐਂਡ ਵਰਸ 28। ਮੱਤੀ ਦੀ ਅੰਜੀਲ 10 ਬਾਬ ਉਹਦੀ 28 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਕੀ ਲਿਖਿਆ ਹੈ। ਔਰ ਉਹਨਾਂ ਕੋਲੋਂ ਨਾ ਡਰ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ। ਉਹਦੇ ਕੋਲੋਂ ਡਰੋ ਜਿਹੜਾ ਦੋਨਾਂ ਚੀਜ਼ਾਂ ਨੂੰ ਨਰਕ ਵਿੱਚ ਕੀ ਕਰ ਸਕਦਾ ਆ, ਨਾਸ ਕਰ ਸਕਦਾ ਹੈ। ਲੇਕਿਨ ਆइए ਅਸੀਂ ਅੱਗੇ ਜਾਵਾਂਗੇ ਖੁਦਾ ਦੇ ਕਲਾਮ ਦੇ ਵਿੱਚ। ਬੁੱਕ ਆਫ ਰੈਵਲੇਸ਼ਨ ਚੈਪਟਰ 20 ਪ੍ਰਕਾਸ਼ ਦੀ ਪੋਥੀ ਉਹਦਾ 20 ਬਾਬ ਦੇ ਵਿੱਚ ਅਸੀਂ ਜਾਵਾਂਗੇ ਔਰ ਵਰਸ ਪਹਿਲੀ ਤੋਂ ਅਸੀਂ ਪੜ੍ਹਨੀ ਸ਼ੁਰੂ ਕਰਾਂਗੇ। ਪਹਿਲੀ ਐਤ ਤੋਂ ਅਸੀਂ ਜੋ ਹੈ ਪੜ੍ਹਨਾ ਸ਼ੁਰੂ ਕਰਾਂਗੇ। ਇੱਥੇ ਲਿਖਿਆ ਹੈ, ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਆਕਾਸ਼ੋਂ ਉਤਰਦੇ ਵੇਖਿਆ ਅਤੇ ਉਹਨੇ ਅਜ਼ਗਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ ਫੜਿਆ ਅਤੇ 1000 ਵਰੇ ਤੀਕ ਉਹਨੂੰ ਜਕੜ ਰੱਖਿਆ। ਇੱਥੇ ਲਿਖਿਆ ਆ, ਮੈਂ ਇੱਕ ਦੂਤ ਨੂੰ ਵੇਖਿਆ ਕਿ ਜਿਹਨੇ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਆਕਾਸ਼ੋਂ ਉਤਰਦੇ ਵੇਖਿਆ। ਉਹਨੇ ਅਜ਼ਗਰ ਨੂੰ ਜੋ ਹੈ ਬਾਈਬਲ ਦੇ ਵਿੱਚ ਲਿਖਿਆ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ ਫੜਿਆ ਅਤੇ 1000 ਵਰੇ ਤੱਕ ਉਹਨੂੰ ਜਕੜ ਰੱਖਿਆ। ਉਹਨੂੰ ਸ਼ੈਤਾਨ ਨੂੰ ਜੋ ਹੈ 1000 ਸਾਲ ਤੱਕ ਕੀ ਕਰ ਲਿੱਤਾ ਗਿਆ, ਸੰਗਲ ਦੇ ਨਾਲ ਉਹਨੂੰ ਕੀ ਕੀਤਾ ਗਿਆ, ਬੰਨਿਆ ਗਿਆ, ਉਹਨੂੰ ਜਕੜ ਦਿੱਤਾ ਗਿਆ 1000 ਵਰੇ ਤੱਕ। ਅੱਗੇ ਅਸੀਂ ਦੇਖਾਂਗੇ। ਅਤੇ ਉਹ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹਨੂੰ ਮੁੰਦ ਕੇ ਉਹਦੇ ਉੱਤੇ ਮੋਹਰ ਲਾਈ, ਭਾਈ ਉਹ ਕੌਮਾਂ ਨੂੰ ਫੇਰ ਨਾ ਪਰਮਾਵੇ ਜਿੰਨਾ ਚਿਰ 1000 ਵਰਾ ਪੂਰਾ ਨਾ ਹੋ ਲਵੇ। ਇਹਦੇ ਮਗਰੋਂ ਜ਼ਰੂਰ ਹੈ ਭਾਈ ਉਹ ਥੋੜੇ ਚਿਰ ਲਈ ਛੱਡਿਆ ਜਾਵੇ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਉਹਨੂੰ ਫੜ ਲਿੱਤਾ ਗਿਆ, ਉਹਨੂੰ ਬੰਨ ਦਿੱਤਾ ਗਿਆ, ਉਹਨੂੰ ਇੱਕ ਜਗ੍ਹਾ ਦੇ ਵਿੱਚ ਕੈਦ ਕਰ ਦਿੱਤਾ ਗਿਆ ਕਿ ਉਹ ਅਗਾਂਹ ਨੂੰ ਜੋ ਹੈ ਉਹ ਲੋਕਾਂ ਨੂੰ ਕੀ ਨਾ ਕਰ ਸਕੇ, ਨਾ ਪਰਮਾਵੇ ਔਰ ਫਿਰ ਲੋਕਾਂ ਨੂੰ ਨਾ ਪਰਮਾਵੇ 1000 ਵਰਸ ਤੱਕ ਜੋ ਹੈ ਉਹ ਲੋਕਾਂ ਨੂੰ ਨਾ ਪਰਮਾਵੇ। ਫਿਰ ਅੱਗੇ ਬਾਈਬਲ ਦੇ ਵਿੱਚ 20 ਅਧਿਆਏ ਉਹਦੀ 3 ਬਾਬ ਦੀ ਆਖਰੀ ਹਿੱਸੇ ਦੇ ਵਿੱਚ ਲਿਖਿਆ ਆ, ਇਹਦੇ ਮਗਰੋਂ ਜ਼ਰੂਰ ਹੈ ਭਾਈ ਉਹ ਥੋੜੇ ਚਿਰ ਲਈ ਛੱਡਿਆ ਜਾਵੇਗਾ। ਇਹ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਆਕਾਸ਼ ਤੋਂ ਇੱਕ ਸਵਰਗਦੂਤ ਆਉਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਜੋ ਹੈ ਉਹਨੂੰ ਫੜਦਾ ਹੈ ਔਰ ਉਹਨੂੰ ਇੱਕ ਜਗ੍ਹਾ ਤੇ ਬੰਨ ਦਿੱਤਾ ਗਿਆ ਹੈ ਔਰ ਉਹਨੂੰ 1000 ਵਰੇ ਤੱਕ 1000 ਸਾਲ ਤੱਕ ਉਹ ਉਸ ਜਗ੍ਹਾ ਤੇ ਰਹੇਗਾ ਕਿ ਉਹ ਲੋਕਾਂ ਨੂੰ ਅਗਾਂਹ ਨੂੰ ਕਿਸੇ ਨੂੰ ਨਾ ਪਰਮਾਵੇ ਔਰ ਆਖਰੀ ਹਿੱਸੇ 'ਚ ਲਿਖਿਆ ਕਿ ਉਹ ਥੋੜੇ ਸਮੇਂ ਲਈ ਛੱਡ ਦਿੱਤਾ ਜਾਵੇਗਾ। 1000 ਸਾਲ ਦੀ ਜੋ ਅਸੀਂ ਗੱਲ ਕਰਦੇ ਹਾਂ ਚੈਪਟਰ 20 ਅਧਿਆਇ ਦੇ ਵਿੱਚ ਕਿ ਉਹ 1000 ਸਾਲ ਤੱਕ ਸ਼ੈਤਾਨ ਜਿਹੜਾ ਆ ਉਹ ਬੰਨ ਦਿੱਤਾ ਜਾਵੇਗਾ, ਇੱਕ ਜਗ੍ਹਾ ਤੇ ਉਹਨੂੰ ਜੋ ਕੀ ਹੈ ਰੱਖ ਦਿੱਤਾ ਜਾਵੇਗਾ। ਅੱਗੇ 1000 ਸਾਲ ਦੇ ਬਾਰੇ ਜਦੋਂ ਅਸੀਂ ਦੇਖਦੇ ਹਾਂ, ਇਹ ਤਾਂ ਸ਼ੈਤਾਨ ਦੇ ਬਾਰੇ ਅਸੀਂ ਦੇਖਿਆ, ਲੇਕਿਨ ਅਸੀਂ ਦੇਖਾਂਗੇ ਕਿ ਉਹ ਧਰਮੀ ਲੋਕ, ਉਹ ਜਿਹੜੇ ਪਰਮੇਸ਼ਰ ਦੇ ਲੋਕ ਨੇ, ਉਹ ਜਿਹੜੇ ਖੁਦਾਵੰਦ ਦੇ ਲੋਕ ਨੇ, ਉਹ ਜਿਹੜੀ ਉਹਦੀ ਆਗਿਆ ਦੇ ਅਨੁਸਾਰ ਔਰ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਸਾਖੀ ਦਿੱਤੀ ਹੈ, ਉਹ ਲੋਕ ਜਿਹੜੇ ਜਿਨ੍ਹਾਂ ਦਾ ਇੱਕ ਮਸੀਹ ਦੇ ਕਾਰਨ ਲਹੂ ਬਹਾਇਆ ਗਿਆ ਹੈ, ਜਿਨ੍ਹਾਂ ਨੇ ਕੁਰਬਾਨੀਆਂ ਪ੍ਰਭੂ ਯਿਸੂ ਮਸੀਹ ਦੇ ਕਾਰਨ ਦਿੱਤੀਆਂ ਨੇ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦਾ ਵਚਨ ਫੈਲਾਉਂਦਿਆਂ ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ ਹੈ, ਉਹ ਲੋਕ ਜਿਹੜੇ ਨੇ 1000 ਸਾਲ ਤੱਕ ਕਿੱਥੇ ਹੋਣਗੇ। ਚੌਥੀ ਆਇਤ ਦੇ ਵਿੱਚ ਵਰਸ 4 ਦੇ ਵਿੱਚ ਲਿਖਿਆ ਹੈ, ਮੈਂ ਗੱਦੀਆਂ ਵੇਖੀਆਂ ਅਤੇ ਉਹ ਉਹਨਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ਰ ਦੇ ਬਚਨ ਦੇ ਕਾਰਨ ਵੱਡੇ ਗਏ ਸਨ ਅਤੇ ਜਿਨ੍ਹਾਂ ਉਹ ਦਰਿੰਦੇ ਦੀ ਜਾਂ ਉਹ ਦੀ ਮੂਰਤੀ ਦੀ ਪੂਜਾ ਕੀਤੀ ਸੀ। ਅਗਰ ਆਪਨੇ ਪਿਛਲਾ ਪ੍ਰਚਾਰ ਵਚਨ ਸੁਨਿਆ ਹੋਵੇਗਾ ਤਾਂ ਉਹਦੇ ਵਿੱਚ ਵੀ ਇਸ ਦਰਿੰਦੇ ਦਾ ਜੋ ਹੈ ਮੂਰਤ ਦਾ ਜੋ ਹੈ ਜਿਹੜੀ ਉਹਦੀ ਪੂਜਾ ਕਰਨੀ, ਉਹਨੂੰ ਮੱਥਾ ਟੇਕਣਾ, ਮੈਂ ਪਹਿਲਾਂ ਵੀ ਆਪਣੇ ਸਰਮਨ ਜਿਹੜੇ ਆਪਣੇ ਵਚਨ ਸੁਣਾਏ ਨੇ ਉਹਨਾਂ ਦੇ ਵਿੱਚ ਦੱਸ ਚੁੱਕਿਆ ਹੈ। ਤਾਂ ਇੱਥੇ ਵੀ ਲਿਖਿਆ ਕਿ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ, ਉਹ ਜੀ ਉੱਠੇ ਅਤੇ 1000 ਵਰੇ ਮਸੀਹ ਦੇ ਨਾਲ ਰਾਜ ਕਰਦੇ ਰਹੇ। ਬਾਈਬਲ ਦੇ ਵਿੱਚ ਲਿਖਿਆ ਹੈ ਇਹ ਉਹ ਲੋਕ ਜਿਹੜੇ ਪਰਮੇਸ਼ਰ ਦੇ ਲੋਕ ਨੇ, ਜਿਨ੍ਹਾਂ ਉਸ ਮੂਰਤ ਦੀ ਨਾ ਤਾਂ ਪੂਜਾ ਕੀਤੀ
ना ਉਹਦੇ ਅੱਗੇ ਮੱਥਾ ਟੇਕਿਆ और ना ਉਹਦੇ ਪਿੱਛੇ ਉਹ ਚੱਲੇ, बल्कि ਉਹ ਲੋਕ ਜਿਹੜੇ ਪਰਮੇਸ਼ਰ ਦੇ ਲੋਕ ਨੇ और ਜਿਹੜੇ खुदा ਦੇ ਕਲਾਮ ਦੇ ਅਨੁਸਾਰ ਚੱਲੇ, ਇਹ ਲੋਕ ਜਿਹੜੇ ਨੇ 1000 ਸਾਲ ਤੱਕ खुदा ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ स्वर्ग ਵਿੱਚ ਹੋਣਗੇ। ਇਹ ਇੱਕ ਪਹਿਲੀ, ਜਦੋਂ ਪ੍ਰਭੂ ਯਿਸੂ ਮਸੀਹ ਆਏਗਾ, ਇਹ ਇੱਕ ਪਹਿਲਾ ਜੀ ਉਠਣਾ ਹੈ। ਜੋ ਪਰਮੇਸ਼ਰ ਦੇ ਲੋਕ ਹੋਣਗੇ ਉਹ स्वर्ग ਦੇ ਵਿੱਚ ਯਿਸੂ ਮਸੀਹ ਦੇ ਨਾਲ ਜੋ ਹੈ ਜਾਣਗੇ। ਔਰ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ, ਅਤੇ ਮੈਂ ਉਹਨਾਂ ਨੂੰ ਨਿਆਂ ਕਰਨ ਦਾ ਜਿਹੜਾ ਇਖਤਿਆਰ ਦਿੱਤਾ ਗਿਆ। ਅਸੀਂ ਜਾਣਦੇ ਕਿ ਨਿਆਂ ਜਿਹੜਾ ਆ ਉਹ ਪਹਿਲਾਂ ਹੀ ਖੁਦਾਵੰਦ ਨੇ ਕਰਨਾ, ਔਰ ਫਿਰ ਹੀ ਉਹ ਧਰਮੀ ਔਰ ਕੁਧਰਮੀ ਜਿਹੜੇ ਆ ਉਹ ਵੱਖ-ਵੱਖ ਕੀਤੇ ਜਾਣਗੇ। ਲੇਕਿਨ ਇਹ ਜਦੋਂ ਸੰਤਾਂ ਦੇ ਬਾਰੇ ਲਿਖਿਆ ਹੈ, ਇਸ ਚੀਜ਼ ਨੂੰ ਅਸੀਂ ਪਹਿਲਾ ਕਰੰਥੀਆਂ 6 ਬਾਬ ਉਹਦੀ 2 ਤੋਂ 3 ਜਦੋਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਵੀ ਅਸੀਂ ਇਸ ਚੀਜ਼ ਦਾ ਜ਼ਿਕਰ ਪਾਉਂਦੇ ਹਾਂ। ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਪੜ੍ਹ ਸਕਦੇ ਹੋ। 1 Corinthians chapter 6 verses 2 and 3। ਪਹਿਲਾ ਕਰੰਥੀਆਂ 6 ਬਾਬ ਉਹਦੀ 2 और 3 ਆਇਤ ਵਿੱਚ ਅਸੀਂ ਦੇਖਾਂਗੇ ਤੇ ਲਿਖਿਆ ਕਿ ਤੁਸੀਂ ਨਹੀਂ ਜਾਣਦੇ ਭਾਈ ਸੰਤ ਜਨ ਜਗਤ ਦਾ ਨਿਆਂ ਕਰਨਗੇ, ਅਤੇ ਜੇ ਜਗਤ ਦਾ ਨਿਆਂ ਤੁਹਾਥੋਂ ਹੋਣਾ ਹੈ ਤਾਂ ਭਲਾ ਤੁਸੀਂ ਛੋਟਿਆਂ ਤੋਂ ਛੋਟਿਆਂ ਗੱਲਾਂ ਦਾ ਨਿਬੇੜਾ ਕਰਨ ਦੇ ਯੋਗ ਨਹੀਂ। ਕਿ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ, ਫਿਰ ਕਿੰਨਾ ਵੱਧ ਕੇ ਸੰਸਾਰੀ ਗੱਲਾਂ ਦਾ। ਇੱਥੇ ਜਦੋਂ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਪਰਮੇਸ਼ਰ ਦੇ ਲੋਕ ਨੇ ਉਹ ਨਿਆਂ ਕਰਨਗੇ, ਜਦ ਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ ਨਿਆਂ ਜਿਹੜਾ ਪਰਮੇਸ਼ਰ ਨੇ ਪਹਿਲਾਂ ਹੀ ਜਿਹੜਾ ਧਰਮੀਆਂ ਦਾ ਹੋਇਆ ਹੋਣਾ ਹੈ, ਲੇਕਿਨ ਅਸੀਂ ਕਿਹਨਾਂ ਲੋਕਾਂ ਦਾ ਨਿਆਂ ਕਰਨਾ ਹੈ। ਅਸੀਂ ਜਿਸ ਤਰ੍ਹਾਂ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਕਿ ਉਹ ਫਾਲਨ ਐਂਜਲਸ, ਉਹ ਸਵਰਗੀ ਦੂਤ ਜੋ ਜਿਹੜੇ ਸ਼ੈਤਾਨ ਦੇ ਨਾਲ ਧਰਤੀ ਦੇ ਉੱਤੇ ਸੁੱਟੇ ਗਏ ਨੇ, ਅਸੀਂ ਉਹਨਾਂ ਦੇ ਬਾਰੇ ਜੋ ਹੈ ਗੱਲਬਾਤ ਕਰ ਸਕਦੇ ਹਾਂ, ਉਹਨਾਂ ਦੇ ਬਾਰੇ ਜੋ ਹੈ ਅਸੀਂ ਪੁੱਛ ਸਕਦੇ ਹਾਂ, ਉਹਨਾਂ ਦੀ ਚਰਚਾ ਕਰ ਸਕਦੇ ਹਾਂ, ਔਰ ਅਸੀਂ ਦੇਖ ਸਕਦੇ ਹਾਂ ਕਿ ਵਾਕਈ ਇਹ ਲੋਕ ਜਿਹੜੇ ਇਸੇ ਲਾਇਕ ਸਨ, ਔਰ ਉਹ ਲੋਕ ਜਿਹੜੇ ਪਰਮੇਸ਼ਰ ਤੋਂ ਦੂਰ ਸਨ, ਔਰ ਉਹ ਲੋਕ ਜਿਹੜੇ ਖੁਦਾਵੰਦ ਦੇ ਕਰੀਬ ਸਨ, ਅਸੀਂ ਉਹਨਾਂ ਦੇ ਬਾਰੇ ਗੱਲਬਾਤ ਕਰ ਸਕਦੇ ਹਾਂ ਕਿ ਵਾਕਈ ਇਹ ਪਰਮੇਸ਼ਰ ਦੇ ਲੋਕ ਜਿਨ੍ਹਾਂ ਨੇ ਆਪਣੀ ਜਾਨ ਦਿੱਤੀ ਔਰ ਇਹ ਇਸ ਲਾਇਕ ਸਨ ਕਿ ਇਹ ਸਵਰਗ ਵਿੱਚ ਆ ਸਕਣ। ਔਰ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਂ ਪਵਿੱਤਰ ਆਤਮਾ ਨੂੰ ਲਗਾਤਾਰ ਠਕਰਾਉਂਦੇ ਆਏ ਨੇ, ਔਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਮਸੀਹ ਨੂੰ ਸਵੀਕਾਰ ਨਹੀਂ ਕੀਤਾ, ਔਰ ਉਹ ਅੱਜ ਜੋ ਸਵਰਗ 'ਚ ਨਹੀਂ ਆਏ, ਉਹ ਇਹੋ ਹੀ ਕਾਰਨ ਹੈ ਕਿ ਉਹਨਾਂ ਨੇ ਯਿਸੂ ਮਸੀਹ ਨੂੰ ਜੋ ਹੈ ਕਦੀ ਉਹਨਾਂ ਨੇ ਸਵੀਕਾਰ ਜੋ ਹੈ ਨਹੀਂ ਕੀਤਾ। ਆइए ਅਸੀਂ ਅੱਗੇ ਜਾਵਾਂਗੇ। ਅਸੀਂ ਉਹ 2 ਚੀਜ਼ਾਂ ਬਾਰੇ ਦੇਖ ਲਿਆ ਕਿ ਸ਼ੈਤਾਨ ਜਿਹੜਾ ਆ ਉਹ 1000 ਸਾਲ ਤੱਕ ਬੰਦ ਦਿੱਤਾ ਜਾਵੇਗਾ, ਪਰਮੇਸ਼ਰ ਦੇ ਲੋਕ ਜਿਹੜੇ ਨੇ ਉਹ ਸਵਰਗ ਦੇ ਵਿੱਚ ਜਾਣਗੇ। ਉਹ ਧਰਮੀ ਲੋਕ ਕਿੱਥੇ ਰਹਿਣਗੇ? ਉਹ ਪਾਪੀ ਲੋਕ, ਉਹ ਲੋਕ ਜਿਨ੍ਹਾਂ ਨੇ ਮਸੀਹ ਨੂੰ ਕਦੀ ਸਵੀਕਾਰ ਹੀ ਨਹੀਂ ਕੀਤਾ, ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਜੋ ਹੈ ਪਵਿੱਤਰ ਆਤਮਾ ਨੂੰ ਜੋ ਠਕਰਾਉਂਦੇ ਆਏ ਨੇ। ਆइए ਅਸੀਂ 5ਵੀਂ ਆਇਤ ਦੇ ਵਿੱਚ ਜਾਵਾਂਗੇ। ਅੱਗੇ ਲਿਖਿਆ 5ਵੀਂ ਆਇਤ ਵਿੱਚ ਲਿਖਿਆ ਬਾਕੀ ਦੇ ਮੁਰਦੇ 1000 ਵਰੇ ਦੇ ਪੂਰੇ ਹੋਣ ਤੀਕ ਜੀ ਨਾ ਉੱਠੇ। ਉਹ ਮੁਰਦੇ ਜਿਹੜੇ ਪਰਮੇਸ਼ਰ ਦੇ ਵਿੱਚ ਉਹ ਲੋਕ ਜਿਹੜੇ ਨਹੀਂ ਸਨ, ਉਹ ਇਸ ਧਰਤੀ ਤੇ ਹੀ ਰਹਿਣਗੇ, ਔਰ ਉਹ 1000 ਵਰੇ ਤੱਕ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਉਹ ਨਾ ਜੀ ਉੱਠੇ। ਜਦੋਂ ਅਸੀਂ ਪ੍ਰਕਾਸ਼ਿਤ ਵਾਕਿਆ ਬੁੱਕ ਆਫ ਰੈਵਲੇਸ਼ਨ ਚੈਪਟਰ 6 ਵਰਸਸ 14 to 7 ਪੜ੍ਹਦੇ ਹਾਂ, ਪ੍ਰਕਾਸ਼ਿਤ ਵਾਕਿਆ ਉਹਦਾ 6 ਬਾਬ ਉਹਦੀ 14 ਤੋਂ 17 ਤੱਕ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ, ਆਪ ਮੇਰੇ ਨਾਲ ਖੋਲ ਸਕਦੇ ਹੋ, ਪ੍ਰਕਾਸ਼ ਦੀ ਪੋਥੀ 6 ਬਾਬ ਉਹਦੀ 14 ਤੋਂ 17 ਤੱਕ ਅਸੀਂ ਪੜਾਂਗੇ। ਇੱਥੇ ਲਿਖਿਆ ਹੈ ਅਤੇ ਆਕਾਸ਼ ਵਲੇਟੀ ਪੋਥੀ ਵਾਂਗੂ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ ਆਪਣੇ ਟਿਕਾਣਿਆਂ ਹਿਲ ਗਏ, ਅਤੇ ਧਰਤੀ ਦੇ ਰਾਜਿਆਂ, ਅਮੀਰ, ਫੌਜਾਂ ਦੇ ਸਰਦਾਰਾਂ, ਧਨਵਾਨਾਂ, ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਆਜ਼ਾਦ ਨੇ ਆਪਣੇ ਆਪ ਨੂੰ ਗੁਫਾ ਵਿੱਚ ਅਤੇ ਪਹਾੜਾਂ ਦੀਆਂ ਚਟਾਨਾਂ ਵਿੱਚ ਲੁਕੋ ਲਿਆ, ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ ਭਾਈ ਸਾਡੇ ਉੱਤੇ ਡਿੱਗ ਪਾਓ, ਅਤੇ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਉਹਦੇ ਸਾਹਮਣੇ ਅਤੇ ਲੇਲੇ ਦੇ ਕ੍ਰੋਧ ਦੇ ਤੋਂ ਸਾਨੂੰ ਲੁਕਾ ਲਓ, ਕਿਉਂ ਜੋ ਉਹਨਾਂ ਦੇ ਕ੍ਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ। ਹੁਣ ਕੌਣ ਖਲੋ ਸਕਦਾ ਹੈ? ਅੱਗੇ ਅਸੀਂ ਬੁੱਕ ਆਫ ਜ਼ਰਮਾਇਆ ਚੈਪਟਰ 4 ਵਰਸ 23 ਯਰਮੀਆ ਦੀ ਕਿਤਾਬ ਉਹਦਾ 4 ਬਾਬ ਔਰ ਉਹਦੀ 23 ਆਇਤ ਦੇ ਵੱਲ ਅਸੀਂ ਜਾਵਾਂਗੇ। ਯਰਮੀਆ ਦੀ ਕਿਤਾਬ 4 ਬਾਬ ਔਰ ਉਹਦੀ 23 ਆਇਤ, ਜਿਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। 23 ਆਇਤ ਤੋਂ ਅਸੀਂ ਪੜਾਂਗੇ। ਮੈਂ ਧਰਤੀ ਨੂੰ ਡਿਠਾ ਅਤੇ ਵੇਖੋ ਉਹ ਬੇਡੋਲ ਅਤੇ ਸੁੰਜੀ ਸੀ, ਅਤੇ ਆਕਾਸ਼ਾਂ ਵੱਲ ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ। ਮੈਂ ਪਹਾੜਾਂ ਨੂੰ ਡਿਠਾ ਤੇ ਵੇਖੋ ਉਹ ਕੰਬ ਰਹੇ ਸਨ, ਅਤੇ ਸਾਰੇ ਟਿੱਲੇ
ਅੱਗੇ ਪਿੱਛੇ ਹੋ ਜਾਂਦੇ ਸਨ। ਮੈਂ ਡਿਠਾ ਤੇ ਵੇਖੋ ਕੋਈ ਆਦਮੀ ਨਹੀਂ ਸੀ ਅਤੇ ਆਕਾਸ਼ ਦੇ ਸਾਰੇ ਪੰਛੀ ਉੱਡ ਗਏ। ਮੈਂ ਡਿਠਾ ਤੇ ਵੇਖੋ ਉਹਦਾ ਮੇਵੇਦਾਰ ਮੈਦਾਨ ਉਜਾੜ ਹੋ ਗਿਆ। ਉਹਦੇ ਸਾਰੇ ਸ਼ਹਿਰ ਯਹੋਵਾ ਅੱਗੇ ਉਹਦੇ ਡਾਢੇ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ। ਯਹੋਵਾ ਇਉਂ ਫਰਮਾਉਂਦਾ ਹੈ 27 ਆਇਤ ਦੇ ਵਿੱਚ, ਯਹੋਵਾ ਇਉਂ ਫਰਮਾਉਂਦਾ ਹੈ, ਸਾਰੀ ਧਰਤੀ ਵੀਰਾਨ ਹੋ ਜਾਵੇਗੀ ਤਾਂ ਵੀ ਮੈਂ ਉਹਨੂੰ ਉੱਕਾ ਹੀ ਨਹੀਂ ਮੁਕਾਵਾਂਗਾ। ਇੱਥੇ ਲਿਖਿਆ ਹੈ ਕਿ ਸਾਰੀ ਧਰਤੀ ਜਿਹੜੀ ਆ ਉਹ ਵੀਰਾਨ ਹੋਈ ਪਈ ਹੈ। ਸਾਰੀ ਧਰਤੀ ਜੋ ਹੈ ਉਹ ਵੀਰਾਨ ਹੈ। ਇਹ ਉਹ ਲੋਕ ਜਿਹੜੇ ਪਰਮੇਸ਼ਰ ਨੂੰ ਕਦੀ ਵੀ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਨਹੀਂ ਕੀਤਾ, ਉਹ ਪ੍ਰਭੂ ਯਿਸੂ ਮਸੀਹ ਦਾ ਉਹ ਜਲਾਲ, ਵਚਨ 'ਚ ਲਿਖਿਆ, ਉਸ ਤੇਜ ਨੂੰ, ਉਸ ਜਲਾਲ ਨੂੰ, ਉਸ ਪ੍ਰਕਾਸ਼ ਨੂੰ ਵੇਖ ਕੇ ਜੋ ਹੈ ਉਹ ਵੇਖ ਨਹੀਂ ਪਾਉਣਗੇ ਵੀ, ਔਰ ਉਹ ਇਸ ਧਰਤੀ ਤੇ ਹੀ ਰਹਿ ਜਾਣਗੇ, ਖਤਮ ਹੋ ਜਾਣਗੇ। ਪ੍ਰਭੂ ਯਿਸੂ ਮਸੀਹ ਦੇ ਜਲਾਲ, ਜਦੋਂ ਪ੍ਰਭੂ ਯਿਸੂ ਮਸੀਹ ਆਏਗਾ, ਉਹਦੇ ਜਲਾਲ ਦੇ ਅੱਗੇ ਉਹ ਕਤਰਮੀ, ਉਹ ਪਾਪੀ ਲੋਕ ਜਿਹੜੇ ਟੇਕ ਨਹੀਂ ਪਾਉਣਗੇ, ਬਲਕਿ ਉਹ ਲੋਕ ਜਿਨ੍ਹਾਂ ਨੇ ਮਸੀਹ ਨੂੰ ਸਵੀਕਾਰ ਕੀਤਾ ਔਰ ਜੋ ਵਚਨ ਦੇ ਅਨੁਸਾਰ ਚੱਲਦੇ ਰਹੇ ਨੇ, ਜਿਨ੍ਹਾਂ ਨੇ ਬੁਰਾਈ ਨੂੰ ਆਪਣੇ ਲਾਗੇ ਆਉਣ ਨਹੀਂ ਦਿੱਤਾ, ਜਿਹੜੇ ਬੁਰਾਈ ਤੋਂ ਹਮੇਸ਼ਾ ਦੂਰ ਰਹੇ ਨੇ, ਜਿਨ੍ਹਾਂ ਨੇ ਕਦੀ ਵੀ ਬੁਰਾਈ ਵੱਲ ਆਪਣਾ ਕਦਮ ਜਿਹੜਾ ਨਹੀਂ ਉਠਾਇਆ, ਉਹ ਪ੍ਰਭੂ ਯਿਸੂ ਮਸੀਹ ਨੂੰ ਦੇਖਣਗੇ ਔਰ ਨਾਲ ਹੀ ਉਹ ਸਵਰਗ ਦੇ ਵਿੱਚ ਜਾਣਗੇ। ਪਰ ਉਹ ਲੋਕ ਜਿਹੜੇ ਜਿਨ੍ਹਾਂ ਨੇ ਮਸੀਹ ਨੂੰ ਕਦੀ ਸਵੀਕਾਰ ਨਹੀਂ ਕੀਤਾ, ਉਹ ਜੋ ਹੈ ਉਹਦੇ ਤੇਜ ਦੇ ਅੱਗੇ, ਉਹਦੇ ਜਲਾਲ ਦੇ ਅੱਗੇ ਟਿਕ ਨਹੀਂ ਪਾਉਣਗੇ, ਖਤਮ ਹੋ ਜਾਣਗੇ। ਤਿੰਨ ਚੀਜ਼ਾਂ ਦੇ ਬਾਰੇ ਅਸੀਂ ਦੇਖਿਆ। ਸ਼ੈਤਾਨ ਬੰਨਿਆ ਜਾਏਗਾ, ਧਰਮੀ ਲੋਕ ਜਿਹੜੇ ਨੇ ਉਹ ਕਿੱਥੇ ਜਾਣਗੇ? ਸਵਰਗ ਦੇ ਵਿੱਚ ਜਾਣਗੇ, ਔਰ ਧਰਮੀ ਲੋਕ ਜਿਹੜੇ ਆ ਉਹ 1000 ਵਰੇ ਤੱਕ ਜੋ ਹੈ ਇੱਥੇ ਹੀ ਰਹਿਣਗੇ, 1000 ਵਰੇ ਤੱਕ। ਖੁਦਾ ਦੇ ਕਲਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ 1000 ਸਾਲ ਤੋਂ ਬਾਅਦ ਜੋ ਹੈ ਕੀ ਹੋਵੇਗਾ। ਸ਼ੈਤਾਨ ਵੀ ਜੋ ਬੰਨਿਆ ਹੋਏਗਾ, ਸ਼ੈਤਾਨ ਜਿਹੜਾ ਉਹਨੂੰ, ਜੋ ਅਸੀਂ ਇੱਥੇ ਹੁਣੇ ਬਾਈਬਲ ਦੇ ਵਿੱਚ ਅਸੀਂ ਦੇਖਿਆ ਹੈ ਕਿ ਉਹ ਜੋ ਹੈ ਅਥਾਹ ਕੁੰਡ ਦੇ ਵਿੱਚ ਬੰਨ ਦਿੱਤਾ ਜਾਏਗਾ। ਕਿਉਂ ਸ਼ੈਤਾਨ ਜੋ ਹੈ ਉਹ ਬੰਨਿਆ ਜਾਏਗਾ? ਕਿਉਂ ਸ਼ੈਤਾਨ ਦੇ ਬਾਰੇ ਲਿਖਿਆ ਹੈ ਕਿ ਉਹ ਜੋ ਹੈ ਉਹ ਇਸ ਧਰਤੀ ਤੇ ਅਥਾਹ ਕੁੰਡ ਦੇ ਵਿੱਚ ਜਿਹੜਾ ਸੁੱਟ ਦਿੱਤਾ ਜਾਵੇਗਾ? ਕਿਉਂਕਿ ਉਹਦੇ ਕੋਲ ਲੋਕਾਂ ਨੂੰ ਡਿਸੀਵ ਕਰਨ ਦਾ, ਲੋਕਾਂ ਨੂੰ ਭਰਮਾਉਣ ਦਾ ਸਮਾਂ ਨਹੀਂ ਹੋਵੇਗਾ। ਉਹ ਲੋਕਾਂ ਨੂੰ ਹੁਣ ਭਰਮਾ ਨਹੀਂ ਸਕੇਗਾ, ਉਹਦਾ ਕੰਮ ਹੀ ਇਹ ਭਰਮਾਉਣਾ ਹੈ, ਔਰ ਉਹ ਜੋ ਹੈ ਹੁਣ ਲੋਕਾਂ ਨੂੰ ਭਰਮਾ ਨਹੀਂ ਸਕੇਗਾ। ਇੱਥੇ ਬਾਈਬਲ ਦੇ ਵਿੱਚ ਲਿਖਿਆ, ਜੋ ਵਰਡ ਲਿਖਿਆ ਹੈ ਅਥਾਹ ਕੁੰਡ, ਉੱਥੇ ਅਸੀਂ ਦੇਖਦੇ ਹਾਂ ਕਿ ਗ੍ਰੀਕ ਵਰਡ ਜਿਹੜਾ ਆ ਉਹ ਆਉਂਦਾ ਅਬਿਊਸਸ, ਜਿਹਦਾ ਮਤਲਬ ਹੈ ਇੱਕ ਗਹਿਰਾ, ਜਾਂ ਅਸੀਂ ਉਸ ਸਮੇਂ ਦੇ ਨਾਲ ਤੁਲਨਾ ਕਰ ਸਕਦੇ ਜੋ ਅਸੀਂ ਉਤਪਤੀ ਦੀ ਕਿਤਾਬ ਦੇ ਵਿੱਚ ਅਸੀਂ ਪਾਉਂਦੇ ਹਾਂ ਕਿ ਧਰਤੀ ਜਿਹੜੀ ਆ, ਇਸ ਤੋਂ ਪਹਿਲਾਂ ਕਿ ਧਰਤੀ ਦੀ ਜਦੋਂ ਰਚਨਾ ਕੀਤੀ ਪਰਮੇਸ਼ਰ ਨੇ, ਉਹ ਕਿਸ ਤਰ੍ਹਾਂ ਦੀ ਸੀ? ਉਹ ਵੀਰਾਨ ਸੀ, ਉਹ ਸੁਨਸਾਨ ਸੀ, ਔਰ ਕੋਈ ਵੀ ਵਸਤੂ ਨਹੀਂ ਸੀ, ਕੋਈ ਪੇੜ, ਕੋਈ ਪੌਦਾ, ਕੁਝ ਵੀ, ਕੋਈ ਇਨਸਾਨ ਨਹੀਂ ਸੀ। ਸ਼ੈਤਾਨ ਵੀ ਇੱਕ ਐਸੀ ਜਗ੍ਹਾ ਦੇ ਵਿੱਚ ਰਹੇਗਾ 1000 ਸਾਲ ਤੱਕ, ਉਹ ਕਿਸੇ ਨੂੰ ਭਰਮਾ ਨਹੀਂ ਸਕੇਗਾ, ਔਰ ਉਹ 1000 ਵਰੇ ਤੱਕ ਇਹ ਆਪਣੇ ਬਾਰੇ ਉਹ ਸੋਚੇਗਾ, ਇਹ ਆਪਣੇ ਬਾਰੇ ਉਹ ਧਿਆਨ ਦੇਗਾ ਕਿ ਵਾਕਈ ਉਹਨੇ 1000 ਸਾਲ ਦੇ ਵਿੱਚ ਉਹ ਸੋਚੇਗਾ ਕਿ ਉਹ ਕਿਸ ਤਰ੍ਹਾਂ ਸਵਰਗ ਦੇ ਵਿੱਚ ਸੀ, ਔਰ ਕਿਸ ਤਰ੍ਹਾਂ ਉਹਦੇ ਮਨ ਦੇ ਵਿੱਚ ਕਮਾਂਡ ਆਇਆ, ਔਰ ਕਿਸ ਤਰ੍ਹਾਂ ਧਰਤੀ ਤੇ ਸੁੱਟਿਆ ਗਿਆ, ਔਰ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਭਰਮਾਉਂਦਾ ਰਿਹਾ, ਔਰ ਉਹਦਾ ਅੰਤ ਜਿਹੜਾ ਆ ਉਹ ਹੁਣ ਆ ਗਿਆ ਹੈ। ਉਹ ਇਹ 1000 ਵਰੇ ਸਾਲ ਤੱਕ ਜਿਹੜਾ ਆ ਉਹ ਇਹੋ ਕੁਝ ਸੋਚਦਾ ਰਹੇਗਾ। ਲੇਕਿਨ 1000 ਸਾਲ ਤੋਂ ਬਾਅਦ ਜਿਹੜਾ ਆ ਬਾਈਬਲ ਦੇ ਵਿੱਚ ਲਿਖਿਆ, ਜਦੋਂ ਅਸੀਂ ਫੇਰ ਤੀਸਰੀ ਆਇਤ ਵੱਲ ਧਿਆਨ ਦਿੰਦੇ ਆ, ਉੱਥੇ ਲਿਖਿਆ ਹੈ ਕਿ ਇਹ ਤੇ ਮਗਰੋਂ ਜ਼ਰੂਰ ਹੈ ਭਾਈ ਉਹ ਥੋੜੇ ਚਿਰ ਲਈ ਛੱਡਿਆ ਜਾਵੇ, ਉਹ ਥੋੜੇ ਚਿਰ ਲਈ 1000 ਸਾਲ ਤੋਂ ਬਾਅਦ ਜਿਹੜਾ ਆ ਫੇਰ ਛੱਡਿਆ ਜਾਵੇਗਾ, ਔਰ 1000 ਸਾਲ ਤੋਂ ਬਾਅਦ ਅਸੀਂ ਦੇਖਾਂਗੇ ਕਿ ਕੀ ਹੋਵੇਗਾ। ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਂਹ ਨੂੰ ਸਮੁੰਦਰ ਹੈ ਨਹੀਂ। ਲਿਖਿਆ ਹੈ ਕਿ ਮੈਂ ਜੋ ਹੈ ਕੀ ਦੇਖਦਾ ਹੈ, ਯੂਨਾ ਜੋ ਖੁਦਾ ਦਾ ਦਾਸ ਲਿਖਦਾ ਹੈ, ਕਹਿੰਦਾ ਕਿ ਮੈਂ ਇੱਕ ਨਵਾਂ ਆਕਾਸ਼ ਔਰ ਇੱਕ ਨਵੀਂ ਧਰਤੀ ਜੋ ਕੀ ਆ ਉਹ ਵੇਖੀ। ਔਰ ਬਾਈਬਲ ਦੇ ਵਿੱਚ ਜਦੋਂ ਅਸੀਂ ਪ੍ਰਕਾਸ਼ਿਤ ਵਾਕਿਆ ਬੁੱਕ ਆਫ ਰੈਵਲੇਸ਼ਨ ਚੈਪਟਰ 20 ਉਹਦੀ 7th ਵਰਸ ਦੇ ਵਿੱਚ 7ਵੀਂ ਆਇਤ ਦੇ ਵਿੱਚ ਅਸੀਂ ਜਾਣਦੇ ਹਾਂ, ਉੱਥੇ ਲਿਖਿਆ, ਜਦ ਉਹ 1000 ਵਰਾ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਗਿਆ, ਜੋ ਪਹਿਲਾਂ ਅਸੀਂ ਪੜ੍ਹਿਆ ਕਿ ਉਹ ਥੋੜੇ ਸਮੇਂ ਲਈ ਛੱਡਿਆ ਜਾਵੇਗਾ, ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੂਟਾਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿਕਲੇਗਾ। ਭਾਈ ਉਹਨਾਂ ਨੂੰ
ਉਹਨਾਂ ਨੂੰ ਯੁੱਧ ਲਈ ਇਕੱਠਿਆ ਕਰੇ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਉਹ ਥੋੜੇ ਸਮੇਂ ਬਾਅਦ ਜੋ ਹੈ ਫਿਰ ਉਹ ਛੱਡਿਆ ਜਾਏਗਾ ਔਰ ਉਹ ਇੱਕ ਨਵਾਂ ਆਕਾਸ਼ ਨਵੀਂ ਧਰਤੀ ਜੋ ਹੈ ਉਹ ਜਦੋਂ ਅਸਮਾਨ ਤੋਂ ਇੱਕ ਨਵੀਂ ਧਰਤੀ ਜਦੋਂ ਥੱਲੇ ਉਤਰੇਗੀ, ਲਿਖਿਆ ਹੈ ਕਿ ਉਹ ਉਹਦੇ ਉੱਤੇ ਹਮਲਾ ਕਰਨ ਵਾਸਤੇ ਉਹ ਥੋੜੇ ਸਮੇਂ ਲਈ ਉੱਠੇਗਾ ਔਰ ਫਿਰ ਆਪਣੇ ਨਾਲ ਉਹ ਲੋਕਾਂ ਨੂੰ ਕੀ ਕਰੇਗਾ, ਇਕੱਠਿਆ ਕਰੇਗਾ, ਉਹਨਾਂ ਨੂੰ ਭਰਮਾਵੇਗਾ। ਤਾਂ ਅੱਗੇ 8ਵੀਂ-9ਵੀਂ ਆਇਤ ਵਿੱਚ ਲਿਖਿਆ, ਉਹ ਸਾਰੀ ਧਰਤੀ ਉੱਤੇ ਚੜ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਆਕਾਸ਼ ਉੱਤੇ ਅੱਗ ਉਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ। ਲਿਖਿਆ ਹੈ ਕਿ ਇਹ ਕੁਝ ਸਮੇਂ ਲਈ ਇਹ ਉੱਠੇਗਾ ਔਰ ਫਿਰ ਉਹ ਲੋਕਾਂ ਨੂੰ ਭਰਮਾਵੇਗਾ। ਉਹ ਲੋਕ ਜਿਹੜੇ ਸਵਰਗ ਵਿੱਚ ਨਹੀਂ ਗਏ, ਜਿਹੜੇ ਇੱਥੇ ਹੀ ਇੱਕ ਲਾਸ਼ਾਂ ਬਣੀਆਂ ਪਈਆਂ ਨੇ, ਉਹਨਾਂ ਨੂੰ ਇਕੱਠਿਆ ਕਰੇਗਾ, ਉਹਨਾਂ ਨੂੰ ਆਪਣੇ ਨਾਲ ਲਵੇਗਾ, ਉਹਨਾਂ ਨੂੰ ਭਰਮਾਵੇਗਾ। ਉਹ ਲੋਕ ਜਿਹੜੇ ਪਹਿਲੀ ਆਮਦ ਦੇ ਵਿੱਚ ਜਦੋਂ ਪਰਮੇਸ਼ਰ ਦੇ ਲੋਕ ਜਿਹੜੇ ਜੀ ਉੱਠੇ, ਜਿਹੜੇ ਉਹਨਾਂ ਦੇ ਨਾਲ ਨਹੀਂ ਜੀ ਉੱਠੇ, ਜੋ ਧਰਮੀ ਲੋਕ ਸਨ, ਉਹ ਇਸ ਸਮੇਂ ਉੱਠਣਗੇ, ਉਹਨਾਂ ਨੂੰ ਸ਼ੈਤਾਨ ਭਰਮਾਵੇਗਾ, ਆਪਣੇ ਨਾਲ ਲਵੇਗਾ ਔਰ ਉਹ ਪਵਿੱਤਰ ਨਗਰੀ ਉੱਤੇ ਹਮਲਾ ਕਰਨ ਵਾਸਤੇ ਵਚਨ ਦੇ ਵਿੱਚ ਲਿਖਿਆ ਹੈ ਉਹਨਾਂ ਦੇ ਆਲੇ ਦੁਆਲੇ ਕੀ ਕਰੇਗਾ, ਉਹ ਘੇਰਾ ਪਾ ਲਵੇਗਾ ਉਹਨਾਂ ਨੂੰ ਖਤਮ ਕਰਨ ਵਾਸਤੇ। ਔਰ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਆ, ਉਹਨੇ ਜੋ ਮੈਂ ਤੁਹਾਡੇ ਅੱਗੇ ਆਇਤ ਪੜ੍ਹੀ ਹੈ, ਘੇਰਾ ਪਾ ਲਿਆ ਤੇ ਆਕਾਸ਼ ਤੋਂ ਅੱਗ ਉਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ। ਲਿਖਿਆ ਕਿ ਆਕਾਸ਼ ਤੋਂ ਅੱਗ ਉਤਰੇਗੀ ਔਰ ਉਹਨਾਂ ਨੂੰ ਖਤਮ ਕਰ ਦੇਵੇਗੀ। ਪਾਪ ਕਰਨ ਵਾਲੇ, ਜਿਨ੍ਹਾਂ ਨੇ ਪਾਪ ਕੀਤਾ ਔਰ ਜੋ ਡਿਸੀਵਰ, ਜੋ ਪਾਪ ਕਰਾਉਣ ਵਾਲਾ, ਉਹ ਸਭ ਕੁਝ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ ਕੀ ਹੋ ਜਾਵੇਗਾ, ਖਤਮ ਹੋ ਜਾਵੇਗਾ। ਸਭ ਕੁਝ ਜੋ ਹੈ ਉਹ ਖਤਮ ਹੋ ਜਾਵੇਗਾ। ਇਹ ਜੋ ਹੈ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਅਸੀਂ ਜਿਹੜੀ ਅੱਗ ਦੀ ਚੀਲ ਬਾਰੇ ਪੜ੍ਹਦੇ ਹਾਂ ਕਿ ਉਹ ਉਹਨਾਂ ਨੂੰ ਖਤਮ ਕਰ ਦੇਵੇਗਾ, ਅੱਗ ਜੋ ਹੈ ਖਤਮ ਕਰ ਦੇਗੀ। ਔਰ ਬਾਈਬਲ ਦੇ ਅਨੁਸਾਰ ਅਸੀਂ ਇਹ ਦੇਖਦੇ ਹਾਂ, ਕਈ ਲੋਕ ਕਹਿੰਦੇ ਆ ਕਿ ਉਹ ਅੱਗ ਜਿਹੜੀ ਆ ਉਹ ਹਮੇਸ਼ਾ ਬਲਦੀ ਰਹੇਗੀ ਔਰ ਉਹ ਹਮੇਸ਼ਾ ਜਿਹੜੇ ਅੱਗ ਦੀ ਭੱਠੀ ਦੇ ਵਿੱਚ ਜਲਦੇ ਰਹਿਣਗੇ, ਉਹ ਹਮੇਸ਼ਾ ਤੜਫਦੇ ਰਹਿਣਗੇ। ਲੇਕਿਨ ਖੁਦਾ ਦੇ ਕਲਾਮ ਦੇ ਵਿੱਚੋਂ ਅਗਰ ਇਸ ਸੰਬੰਧੀ ਆਪ ਦੇ ਕੋਲ ਕੋਈ ਸਵਾਲ ਹੋਵੇ ਤਾਂ ਆਪ ਬਾਅਦ ਵਿੱਚ ਪੁੱਛ ਸਕਦੇ ਹੋ। ਮੇਰੇ ਕੋਲ ਸਮਾਂ ਨਹੀਂ ਹੈ ਕਿ ਜੋ ਮੈਂ ਇਹ ਤੁਹਾਨੂੰ ਦੱਸ ਸਕਾਂ, ਲੇਕਿਨ ਤੁਹਾਨੂੰ ਇਹ ਦੱਸਦਾ ਕਿ ਉਹ ਉਦੋਂ ਤੱਕ ਹੀ ਅੱਗ ਬਲਦੀ ਰਹੇਗੀ ਜਿੰਨੀ ਦੇਰ ਤੱਕ ਸ਼ੈਤਾਨ ਔਰ ਉਹਦੇ ਲੋਕਾਂ ਦਾ ਜਿਹੜਾ ਨਾਸ਼ ਨਹੀਂ ਹੋ ਜਾਂਦਾ। ਜਦੋਂ ਉਹਨਾਂ ਦਾ ਨਾਸ਼ ਹੋ ਜਾਏਗਾ ਉਹ ਅੱਗ ਵੀ ਖਤਮ ਹੋ ਜਾਏਗੀ। ਹਾਂ, ਇਹ ਜ਼ਰੂਰ ਹੈ ਕਿ ਅਸੀਂ ਬਾਈਬਲ ਦੇ ਵਿੱਚ ਜਦੋਂ ਅੱਗੇ ਅਸੀਂ ਪੜ੍ਹਦੇ ਲਿਖਿਆ ਤੇ ਸ਼ੈਤਾਨ ਜਿਹਨੇ 10ਵੀਂ ਆਇਤ ਵਿੱਚ ਇਹਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਉਹ ਜੁਗੋ ਜੁਗ ਕਸ਼ਟ ਭੋਗਣਗੇ। ਕਿ ਰਾਤ ਦਿਨ ਜੁਗੋ ਜੁਗ ਹਮੇਸ਼ਾ ਜਿਹੜਾ ਆ ਕਸ਼ਟ ਭੋਗਣਗੇ। ਔਰ ਅਕਸਰ ਅਸੀਂ ਇਸ ਤਰ੍ਹਾਂ ਜਾਣਦੇ ਕਿ ਹਮੇਸ਼ਾ ਜਿਹੜੀ ਉੱਥੇ ਅੱਗ ਬਲਦੀ ਰਹੇਗੀ ਜੋ ਫੋਰਐਵਰ ਦਾ ਵਰਡ ਆਉਂਦਾ ਆ। ਮੈਂ ਤੁਹਾਨੂੰ ਇਹ ਦੱਸਦਾ ਕਿ ਫੋਰਐਵਰ ਹਮੇਸ਼ਾ ਜਾਂ ਜੁਗੋ ਜੁਗ ਜਿਹੜਾ ਗ੍ਰੀਕ ਈਡੀਅਮ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਹੀਬਰੂ ਗ੍ਰੀਕ ਦੇ ਵਿੱਚ, ਤਾਂ ਉਹਦਾ ਮਤਲਬ ਇਹ ਆ ਕਿ ਹਮੇਸ਼ਾ ਤੱਕ, ਉਦੋਂ ਤੱਕ ਜਦੋਂ ਤੱਕ ਉਹ ਅੱਗ ਉਹ ਸਭ ਕੁਝ ਕੰਜ਼ਿਊਮ, ਜਦੋਂ ਤੱਕ ਉਹ ਸਭ ਕੁਝ ਖਤਮ ਨਹੀਂ ਕਰ ਦਿੰਦੀ। ਔਰ ਜਦੋਂ ਕੋਈ ਰਹੇਗਾ ਨਹੀਂ, ਜਦੋਂ ਉਹ ਕੰਜ਼ਿਊਮ ਉਹਨੂੰ ਸਭ ਕੁਝ ਖਤਮ ਕਰ ਦੇਗੀ ਤਾਂ ਉਹ ਅੱਗ ਵੀ ਆਪਣੇ ਆਪ ਜਿਹੜੀ ਕੀ ਹੋਏਗੀ, ਬੁਝ ਜਾਏਗੀ। ਔਰ ਅਗਰ ਇਹਦੇ ਸੰਬੰਧੀ ਆਪ ਦੇ ਕੋਲ ਕੋਈ ਸਵਾਲ ਹੋਵੇ ਤਾਂ ਆਪ ਇਹ ਪੁੱਛ ਸਕਦੇ ਹੋ। ਲੇਕਿਨ ਆइए मैं आपका ਧਿਆਨ ਫਿਰ ਉਸੇ ਚੀਜ਼ ਵੱਲ ਲਿਆਵਾਂਗਾ ਕਿ ਉਸ ਜੋ ਅਸੀਂ ਨਰਕ ਦੀ ਜੋ ਇੱਕ ਅੱਗ ਦੀ ਝੀਲ ਦੀ ਅਸੀਂ ਗੱਲ ਕਰਦੇ ਪਏ ਹਾਂ, ਇਹ ਅੱਗ ਦੀ ਝੀਲ ਜਿਹੜੀ ਆ ਅੱਜ ਜਿਸ ਤਰ੍ਹਾਂ ਲੋਕਾਂ ਨੂੰ ਡਰਾਇਆ ਜਾਂਦਾ ਹੈ, ਜਿਸ ਤਰ੍ਹਾਂ ਲੋਕਾਂ ਨੂੰ ਧਮਕਾਇਆ ਜਾਂਦਾ ਹੈ ਕਿ ਇੱਕ ਅੱਗ ਦੀ ਝੀਲ ਵੀ ਹੈ, ਜਦੋਂ ਇਨਸਾਨ ਮਰਦਾ ਤਾਂ ਉਹ ਉੱਥੇ ਚਲੇ ਜਾਂਦੇ ਔਰ ਧਰਮੀ ਸਵਰਗ ਦੇ ਵਿੱਚ ਚਲੇ ਜਾਂਦੇ ਕਿ ਧਰਮੀ ਉਸ ਅੱਗ ਦੀ ਝੀਲ ਵਿੱਚ ਚਲੇ ਜਾਂਦੇ ਨੇ, ਹਮੇਸ਼ਾ ਉੱਥੇ ਸੜਨਦੇ ਆ, ਹਮੇਸ਼ਾ ਉੱਥੇ ਬਲਦੇ ਆ ਔਰ ਉਹ ਮਰਦੇ ਨਹੀਂ ਪਏ ਔਰ ਉਹ ਹਮੇਸ਼ਾ ਉੱਥੇ ਜਲ ਰਹੇ ਆ। ਅੱਜ ਦੇ ਸਮੇਂ ਦੇ ਵਿੱਚ ਐਸੀ ਝੀਲ ਜਿਹੜੀ ਉਹ ਕਿਤੇ ਵੀ ਨਹੀਂ ਹੈ। ਇਹ ਝੀਲ, ਅੱਗ ਦੀ ਝੀਲ ਦੇ ਬਾਰੇ ਜੋ ਅਸੀਂ ਪੜ੍ਹਦੇ ਹਾਂ ਉਹ ਉਦੋਂ ਹੀ ਹੈ ਜਦੋਂ ਉਹ 1000 ਸਾਲ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਆਪਣੇ ਪਵਿੱਤਰ ਲੋਕਾਂ ਦੇ ਨਾਲ ਇੱਕ ਨਵੀਂ ਧਰਤੀ, ਇੱਕ ਨਵੇਂ ਆਕਾਸ਼ ਜਦੋਂ ਉਤਪੰਨ ਹੋਗਾ, ਇੱਕ ਨਵੀਂ ਧਰਤੀ ਜਦੋਂ ਇਸ ਧਰਤੀ ਤੇ ਆਵੇਗੀ। ਔਰ ਹੁਣੇ ਅਸੀਂ ਵਚਨ ਦੇ ਵਿੱਚ ਪੜ੍ਹਿਆ ਹੈ ਜਦੋਂ ਉਹ ਉਤਰੇਗੀ ਤਾਂ ਜਿਹੜੇ ਉਹ ਸ਼ੈਤਾਨ, ਉਹਦੇ ਲੋਕ ਜਿਨ੍ਹਾਂ ਨੂੰ ਉਹਨੇ ਗੁੰਮਰਾਹ ਕੀਤਾ ਹੋਵੇਗਾ, ਜਿਹੜੇ ਉਹਦੇ ਲੋਕ ਜਿਹੜੇ ਨੇ ਉਹ ਸਭ ਇਕੱਠੇ ਹੋ ਕੇ ਉੱਤੇ ਹਮਲਾ ਕਰਨਗੇ। ਔਰ ਜਦੋਂ ਉਹ ਉੱਤੇ ਹਮਲਾ ਕਰਨਗੇ ਉਦੋਂ ਜੋ ਹੈ ਆਕਾਸ਼ ਤੋਂ ਅੱਗ ਆਵੇਗੀ ਔਰ ਉਹਨਾਂ ਨੂੰ ਖਤਮ ਜਿਹੜੇ ਆ ਕਰ ਦੇਗੀ। ਇਹ ਜਿਹੜੀ ਆ ਦੂਸਰੀ ਮੌਤ ਹੈ। ਇਹ ਦੂਸਰੀ ਮੌਤ ਹੈ ਜੋ ਕਿ ਬਹੁਤ ਹੀ ਖਤਰਨਾਕ ਹੈ। ਔਰ ਇਸ ਮੌਤ ਤੋਂ ਬਚਣ ਲਈ ਖੁਦਾ ਦਾ ਕਲਾਮ ਜਿਹੜਾ ਆ ਉਹ ਸਾਨੂੰ ਬਾਰ-ਬਾਰ ਸਿਖਾ ਰਿਹਾ ਹੈ। ਜੋ ਹੁਣ ਅੱਜ ਇਨਸਾਨ ਮਰਦਾ ਉਹ ਇੱਕ ਪਹਿਲੀ ਮੌਤ ਹੈ, ਇੱਕ ਉਹ ਮੌਤ ਜਿਹਦੇ ਵਿੱਚ
ਉਹ ਮੌਤ ਜਿਹੜੇ ਮਸੀਹ ਦੇ ਵਿੱਚ ਮਰਦੇ ਨੇ ਉਹਨਾਂ ਲਈ ਇੱਕ ਆਸ਼ਾ ਹੈ, ਉਹਨਾਂ ਲਈ ਇੱਕ ਉਮੀਦ ਹੈ ਕਿ ਇੱਕ ਦਿਨ ਪ੍ਰਭੂ ਯਿਸੂ ਮਸੀਹ ਆਏਗਾ। ਔਰ ਜਦੋਂ ਆਏਗਾ, ਜਦੋਂ ਪਹਿਲਾ ਲੋਕ ਜਦੋਂ ਜੀ ਉੱਠਣਗੇ ਔਰ ਪਹਿਲੇ ਜੀ ਉੱਠਣ ਦੇ ਵਿੱਚ ਉਹਨਾਂ ਦੀ ਜਿਹੜੀ ਮਸੀਹ ਦੇ ਲੋਕਾਂ ਦੇ ਜਿਹੜੇ ਉਹ ਸ਼ਾਮਲ ਹੋਣਗੇ ਔਰ ਉਹ ਲੋਕ 1000 ਸਾਲ ਤੱਕ ਪ੍ਰਭੂ ਯਿਸੂ ਮਸੀਹ ਦੇ ਨਾਲ ਸਵਰਗ ਵਿੱਚ ਰਹਿਣਗੇ ਔਰ ਉਹਨਾਂ ਉੱਤੇ ਦੂਸਰੀ ਮੌਤ ਜਿਹੜੀ ਆ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੀ। ਦੂਸਰੀ ਮੌਤ ਜਿਹੜੀ ਆ ਉਹਨਾਂ ਉੱਤੇ ਹੈਵੀ ਨਹੀਂ ਹੋ ਸਕਦੀ ਪਰਮੇਸ਼ਰ ਦੇ ਲੋਕਾਂ ਉੱਤੇ। ਲੇਕਿਨ ਉਹ ਲੋਕ ਜਿਹੜੇ ਸ਼ੈਤਾਨ ਦੇ ਹਨ ਉਹ ਇਸ ਦੂਸਰੀ ਮੌਤ ਨੂੰ ਜੋ ਹੈ ਉਹਦਾ ਸਵਾਦ ਚੱਖਣਗੇ ਵੀ, ਜਿਹੜੀ ਸਰੀਰ ਨੂੰ ਵੀ ਉਹਨਾਂ ਦੇ ਜੋ ਬਾਈਬਲ ਦੇ ਵਿੱਚ ਅਸੀਂ ਪੜ੍ਹਿਆ ਕਿ ਉਹਨਾਂ ਨੂੰ ਬਿਲਕੁਲ ਜੋ ਖਤਮ ਕਰ ਦੇਗੀ। ਆਈਏ ਅਸੀਂ ਖੁਦਾਵੰਦ ਦੇ ਕਲਾਮ ਦੇ ਵੱਲ ਧਿਆਨ ਦੇਈਏ। ਉਹ ਅੱਗ ਦੀ ਝੀਲ, ਉਹ ਜਿਹੜੀ ਦੂਸਰੀ ਮੌਤ ਹੈ, ਅਸੀਂ ਉਹ ਤੋਂ ਬਚਣ ਵਾਸਤੇ ਪਰਮੇਸ਼ਰ ਦੇ ਕਲਾਮ ਦੇ ਅਨੁਸਾਰ ਚੱਲੀਏ ਵੀ, ਵਚਨ ਦੇ ਅਨੁਸਾਰ ਚੱਲੀਏ ਔਰ ਅਸੀਂ ਇਹ ਧਿਆਨ ਦੇ ਵਿੱਚ ਰੱਖੀਏ ਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਸਵਰਗ ਦੇ ਵਿੱਚ ਜਾਣਾ ਹੈ। ਅਸੀਂ 1000 ਸਾਲ ਤੱਕ ਉੱਥੇ ਰਹਿਣਾ ਹੈ, ਫਿਰ ਇੱਕ ਨਵੀਂ ਧਰਤੀ ਤੇ ਰਹਿਣਾ ਹੈ। ਔਰ ਨਹੂਮ 1 ਉਹਦੀ 9 ਹੈ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਹੈ, ਬੁੱਕ ਆਫ ਨਾਹੂਮ ਚੈਪਟਰ 1 ਵਰਸ 9, ਉਹਦੇ ਵਿੱਚ ਲਿਖਿਆ, ਤੁਸੀਂ ਯਹੋਵਾ ਦੇ ਵਿਰੁੱਧ ਕਿਹੜੀ ਜੁਗਤੀ ਸੋਚਦੇ ਹੋ, ਉਹ ਪੂਰਾ ਅੰਤ ਕਰ ਦੇਵੇਗਾ, ਬਿਪਤਾ ਦੂਜੀ ਵਾਰ ਨਹੀਂ ਨਾ ਉੱਠੇਗੀ। ਲਿਖਿਆ ਹੈ ਕਿ ਜਿਸ ਤਰ੍ਹਾਂ ਮੁਸੀਬਤ, ਪਰੇਸ਼ਾਨੀ ਜਾਂ ਕਹਿ ਲਓ ਪਾਪ ਔਰ ਹਰ ਤਰ੍ਹਾਂ ਦਾ ਗੁਨਾਹ ਜੋ ਅੱਜ ਅਸੀਂ ਵੇਖ ਰਹੇ ਹਾਂ, ਇਹ ਦੂਸਰੀ ਵਾਰ ਕਦੀ ਵੀ ਨਹੀਂ ਆਵੇਗਾ। ਨਾ ਆਕਾਸ਼ 'ਚ, ਨਾ ਸਵਰਗ ਤੇ ਔਰ ਨਾ ਨਵੀਂ ਧਰਤੀ ਤੇ। ਇਹ ਪਾਪ, ਇਹ ਅਪਰਾਧ, ਇਹ ਗੁਨਾਹ ਜਿਹੜੇ ਆ, ਇਹ ਬਿਪਤਾ ਜਿਹੜੀ ਆ ਵਚਨ ਦੇ ਵਿੱਚ ਲਿਖਿਆ, ਉਹ ਦੂਸਰੀ ਵਾਰ ਜੋ ਹੈ ਨਹੀਂ ਉੱਠੇਗੀ। ਔਰ ਉੱਥੇ ਕਿਸੇ ਤਰ੍ਹਾਂ ਦਾ ਕੋਈ ਦੁੱਖ, ਕੋਈ ਭੁੱਖ, ਕੋਈ ਮੁਸੀਬਤ, ਕੋਈ ਪਰੇਸ਼ਾਨੀ, ਕੋਈ ਚਿੰਤਾ, ਅੱਜ ਦੀਆਂ ਜਿਸ ਤਰ੍ਹਾਂ ਬਿਮਾਰੀਆਂ, ਕੋਵਿਡ-19 ਔਰ ਹਰ ਤਰ੍ਹਾਂ ਦੀਆਂ ਅਲੱਗ-ਅਲੱਗ ਬਿਮਾਰੀਆਂ ਔਰ ਲੜਾਈਆਂ ਦੀਆਂ ਅਵਾਈਆਂ ਜੋ ਅਸੀਂ ਸੁਣਦੇ ਪਏ ਹਾਂ, ਇਸ ਤਰ੍ਹਾਂ ਦਾ ਕੁਝ ਵੀ ਸਾਨੂੰ ਸੁਣਨ ਲਈ ਜੋ ਹੈ ਨਹੀਂ ਮਿਲੇਗਾ ਵੀ। उससे सिर्फ एक आराम होएगा, एक शांति होएगी, प्रॉस्पेरिटी और ऐसिया चीज़ां जो असी कदी अपने अखीं देखियां नहीं, ना अपने कन्नी सुनिया ने, ऐसिया चीज़ां नूं देखांगे और उन्हां चीज़ां दे बारे सुनांगे। आइए असी अपने आप नूं तैयार करिए ताकि असी जो है ਅਸੀਂ ਉਹ ਪਹਿਲੀ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਉਣਾ ਆ, ਦੂਸਰੀ ਵਾਰ ਜਦੋਂ ਆਉਣਾ ਹੈ, ਤੇ ਜੋ ਪਹਿਲਾ ਮੁਰਦੇ ਜੀ ਉੱਠਣੇ ਆ ਉਹਨਾਂ ਵਿੱਚ ਸ਼ਾਮਲ ਹੋਣ ਲਈ ਆਪਣੇ ਆਪ ਨੂੰ ਯਿਸੂ ਦੇ ਹਵਾਲੇ ਕਰੀਏ ਤਾਂ ਕਿ ਅਸੀਂ ਸਵਰਗ 'ਚ ਜਾ ਸਕੀਏ ਔਰ ਫਿਰ ਇੱਕ ਨਵੀਂ ਧਰਤੀ, ਇੱਕ ਨਵੇਂ ਆਕਾਸ਼ ਜਦੋਂ ਉਤਪੰਨ ਹੋਣਾ ਹੈ, ਜਦੋਂ ਨਵੀਂ ਧਰਤੀ ਉਤਰਨੀ ਹੈ, ਉਹਦੇ ਵਿੱਚ ਅਸੀਂ ਸ਼ਾਮਲ ਹੋ ਸਕੀਏ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਬੜੀ ਆਸ਼ੀਸ਼ ਔਰ ਬਰਕਤ ਦੇ। ਆਈਏ ਅਸੀਂ ਸਭ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਸਵਰਗੀ ਪਿਤਾ, ਤੁਹਾਡੇ ਕੋਲ ਆਉਣੇ ਬਹੁਤ ਹੀ ਧੰਨਵਾਦ ਕਰਦੇ ਇਸ ਸਮੇਂ ਲਈ ਜੋ ਆਪਨੇ ਮੌਕਾ ਦਿੱਤਾ ਤੁਹਾਨੂੰ ਯਾਦ ਕਰ ਸਕੀਏ, जो भी ਤੁਹਾਡੇ ਕਲਾਮ ਦੇ ਵਿੱਚੋਂ ਅਸੀਂ ਸਿੱਖਿਆ ਹੈ। ਖੁਦਾਵੰਦ ਮੈਂ ਸਿਖਾਉਣ ਵਾਲਾ ਔਰ ਲੋਕ ਸੁਣਨ ਵਾਲੇ ਨਹੀਂ, ਬਲਕਿ ਇਸ ਤੇ ਅਸੀਂ ਅਮਲ ਕਰ ਸਕੀਏ ਔਰ ਪਰਮੇਸ਼ਰ ਆਪਣੇ ਆਪ ਨੂੰ ਅਸੀਂ ਇਸ ਤਰ੍ਹਾਂ ਤਿਆਰ ਕਰ ਲਈਏ ਤਾਂ ਕਿ ਜਦ ਵੀ ਤੁਹਾਡਾ ਬੇਟਾ ਪ੍ਰਭੂ ਯਿਸੂ ਮਸੀਹ ਦੂਸਰੀ ਵਾਰ ਇਸ ਧਰਤੀ ਤੇ ਆਉਂਦਾ ਹੈ ਤਾਂ ਅਸੀਂ ਉਹਦੇ ਨਾਲ ਭਾਵੇਂ ਜੀਵਿਤ ਆ, ਭਾਵੇਂ ਇਸ ਦੁਨੀਆ ਤੇ ਨਹੀਂ ਆ, ਅਸੀਂ ਸਵਰਗ ਵਿੱਚ ਜਾ ਸਕੀਏ ਔਰ ਦੂਸਰੀ ਮੌਤ ਜੋ ਸਾਡੇ ਉੱਤੇ ਉਹਦਾ ਕੋਈ ਵੀ ਵਸ ਨਾ ਚੱਲ ਸਕੇ। ਅਸੀਂ 1000 ਸਾਲ ਤੱਕ ਮਸੀਹ ਦੇ ਨਾਲ ਸਵਰਗ 'ਚ ਰਹੀਏ ਔਰ ਇੱਕ ਨਵੀਂ ਧਰਤੀ ਤੇ ਖੁਦਾਵੰਦ ਅਸੀਂ ਇੱਕ ਆਪਣਾ ਜੀਵਨ, ਅੱਛਾ ਜੀਵਨ ਜੋ ਵਚਨ ਦੇ ਵਿੱਚ ਤੁਹਾਡੇ ਅਸੀਂ ਪੜ੍ਹਦੇ ਹਾਂ, ਉਹ ਅੱਛਾ ਜੀਵਨ ਅਸੀਂ ਬਤੀਤ ਕਰ ਸਕੀਏ। ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਆਮੀਨ।